ਦੀਪ ਸਿੱਧੂ ਮੂਸੇ ਵਾਲੇ ਦੇ ਬੋਲ। ਦੇਖੋ ਜੀ, ਇਹ ਤਾਂ ਸਟੇਟ ਕਿਲਿੰਗਸ ਨੇ। ਉਹੀ ਪੰਜਾਬ ਆਪਣੇ ਪੰਜਾਬੀਆਂ ਨੂੰ ਨਾ ਛੱਤ ਦੇ ਸਕਦਾ, ਨਾ ਰੋਟੀ ਦੇ ਸਕਦਾ। ਜਿਨ੍ਹਾਂ ਮੁਲਕਾਂ ਨੂੰ ਹਿਜਰਤ ਹੋ ਰਹੀ ਹੈ, ਉਹਨਾਂ ਮੁਲਕਾਂ 'ਚ ਉਹ ਵਿਦਿਨ 2 years or 3 years of their working ਅਗਲਾ ਘਰ ਬਣਾ। ਦੇਖੋ ਜਿਹੜਾ ਭੱਜੀ ਭੇਜਿਆ ਜੀ ਕਿੱਡਾ ਵੱਡਾ ਕਿਸਾਨੀ ਸੰਘਰਸ਼ ਹੋਇਆ। ਯੈਸ, ਉਸ ਨੇ ਕੁਝ ਨਹੀਂ ਕਿਹਾ। ਉਹ ਕਦੀ ਬੋਲੇ ਹੀ ਨਹੀਂ ਆਵਾਜ਼। ਵੈਰੀ ਐਂਡ ਸਾਡਾ ਜਿਹੜਾ ਕਿਸਾਨ ਹੈ ਉਹ ਕਰਜ਼ੇ 'ਚ ਪਿਆ। ਤੇ ਦੇਖੋ ਵੀ ਤੁਸੀਂ ਕੋਈ ਵੀ ਬਿਜ਼ਨਸ ਕਰਦੇ ਹੋ, ਤੁਸੀਂ ਹੋਲਸੇਲ 'ਚ ਖਰੀਦਦੇ ਹੋ ਤੇ ਰਿਟੇਲ 'ਚ ਵੇਚਦੇ ਹੋ। ਜਿਹੜਾ ਜ਼ਿਮੀਂਦਾਰ ਹੈ, ਕਿਸਾਨ ਹੈ, ਉਹ ਰਿਟੇਲ 'ਚ ਖਰੀਦਦਾ ਹੈ। ਯੈਸ, ਚਾਹੇ ਪਰਚੂਨ ਹੋਵੇ, ਬਿਲਕੁਲ ਚਾਹੇ ਫਰਟੀਲਾਈਜ਼ਰ ਹੋਵੇ, ਚਾਹੇ ਸੀਡ ਹੋਵੇ, ਚਾਹੇ ਬਿਜਲੀ, Everything. everything he buys in retail Yeah. and sells in wholesale. Yeah. ਸੋ ਹਿੰਦੁਸਤਾਨ ਦਾ ਢਿੱਡ ਤਾਂ ਭਰ ਗਿਆ, ਬਟ ਜਿਹੜਾ ਕਿਸਾਨ ਹੈ ਜਿਸਨੇ ਪੰਜਾਬ ਦਾ, ਭਰਿਆ, ਜਿਸਨੇ ਭਰਿਆ ਹੈ, ਹਾਂ, ਉਹ ਖਾਲੀ ਹੈ। ਉਹ ਖਾਲੀ ਹੋ ਗਿਆ। ਸੋ ਆਏ ਜਿਵੇਂ ਚੰਨੀ ਸਾਹਿਬ ਅਨਾਉਂਸਮੈਂਟਾਂ ਕਰਕੇ ਉਵੇਂ ਇਹ ਕਰੀ ਜਾਂਦੇ ਨੇ। ਸਾਡਾ ਬਾਰਡਰ ਖੋਲ੍ਹੇ ਅੰਮ੍ਰਿਤਸਰ ਟੂ ਲਾਹੌਰ। ਯੈਸ, ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ 11 ਸਾਲ ਤੋਂ ਜੇ ਉਹ ਬਜ਼ੁਰਗ ਸਾਡੇ ਸੋਚ ਲੈਂਦੇ ਵੀ ਅਸੀਂ ਮੁਸਲਮਾਨ ਬਣ ਜਾਣਾ, ਤੇ ਅੱਜ ਵੀ ਜ਼ਮੀਨਾਂ ਜਾਇਦਾਦਾਂ ਸਾਡੇ ਕੋਲ ਹੁੰਦੀਆਂ, ਸਿਰਫ ਅਸੀਂ ਮੁਸਲਮਾਨ। ਜਿਹੜਾ ਸਿੱਖ ਰਾਜ ਸੀਗਾ ਉਹਦੇ ਵਿੱਚ ਸਿਰਫ 6% ਸਿੱਖ ਸੀ, 94% ਨਾਨ ਸਿੱਖ ਸੀ। ਇੱਕ ਬੰਦਾ ਵੀ ਮਰ ਜਾਏ, ਸੂਓ ਮੋਟੋ ਲੈ ਲੈਂਦੇ, ਸੁਪਰੀਮ ਕੋਰਟ ਦੇ ਦਰਵਾਜ਼ੇ ਦੇ ਸਾਹਮਣੇ 3000 ਸਿੱਖ ਮਰਿਆ। ਇਹ ਸੂਓ ਮੋਟੋ ਨਹੀਂ ਗਿਆ ਨਾ। ਸ਼ਿਵਾਜੀ ਐਂਡ ਮਰਾਠਾਸ ਤੇ ਪੂਰਾ ਚੈਪਟਰ ਮਹਾਰਾਜਾ ਰਣਜੀਤ ਸਿੰਘ ਤੇ ਇੱਕ ਪੈਰਾ, ਗੁਰੂ ਨਾਨਕ देव जी ਤੇ ਇੱਕ ਪੈਰਾ ਹੋਏਗਾ, ਭਗਤੀ ਤੇ सूफी सेंट्स ਤੇ एक चैप्टर। लोकसभा इलेक्शन के बाद पंजाब में राजनीतिक सिनेरियो चेंज है। हमारे साथ अकाली दल अमृतसर के जनरल सेक्रेटरी कुशलपाल सिंह मान जी हैं। जानना चाह रहे हैं कि वो इस बारे में क्या समझते हैं। कुशल जी, सत श्री अकाल। सत श्री अकाल जी। क्या लग रहा है सीन जो जीत के? पहले तो मैं ये जानना चाहूँगी कि इस जीत का क्रेडिट किसको देते हैं आप? देखो जी, ये जिहड़ी जित हुई है ये पंजाब के थॉट की हुई है, नौजवानों की हुई है, एंड सर सिमरनजीत सिंह मान का 40 साल का संघर्ष, दीप सिद्धू का जिहड़ी पनीरी लाई सी ते सिद्धू मूसे वाले दे बोल ते नौजवानों की एस्पिरेशनस नवे पंजाब लई, ये सारी वही जित हुई। यानी यहाँ पर ये समझा जाए कि दीप सिद्धू और सिद्धू मूसेवाला, इनको जब समझ आई कि पंजाब के सिनेरियो में सिमरनजीत सिंह मान जी की क्या वैल्यू है, तभी उनको कहीं किसी तरह से सिनेरियो से बाहर करने की कोशिश की गई। क्या लग रहा है उनकी जो मर्डर हुए हैं उसके बारे में, या मर्डर हुए हैं या एक्सीडेंट हुआ है, जो भी क्या हो जाए? देखो जी, ये तो स्टेट किलिंग्स ने, एक तो विदाउट डाउट मतलब इट इज असैसिनेशंस। दे आर assassinations and by the state, ਜਿਹਨੂੰ ਡੀਪ ਸਟੇਟ ਕਹਿੰਦੇ ਨੇ ਨਾ ਜੀ, या ਇਹ ਡੀਪ ਸਟੇਟ ਦੀਆਂ ਕਿਲਿੰਗਸ ਨੇ, and they wanted to silence them before they became too big for the state. Because ਸਿੱਧੂ ਮੂਸੇਵਾਲਾ ਸਪੈਸ਼ਲੀ ਜਿਹੀ ਜਿਹੀ ਉਹਦੀ ਫੋਲੋਇੰਗ ਸੀਗੀ across the world, and ਬਾਰ-ਬਾਰ ਲੋਕਾਂ ਨੇ ਜਦੋਂ ਉਹਦੇ ਬੋਲ ਸੁਣਨੇ ਸੀ ਤੇ ਲੋਕਾਂ ਨੂੰ ਰਿਅਲਾਈਜੇਸ਼ਨ ਹੋਣੀ ਸੀ, ਐਂਡ ਕੋਈ ਉਹਨਾਂ ਦਾ ਝੂਠ ਨਹੀਂ ਹੈਗਾ। ਦੇਖੋ, ਪਿਛਲੇ 75 ਸਾਲ 'ਚ ਇਹ ਪੰਜਾਬ, ਇਨਫੈਕਟ 150 ਸਾਲ ਤੋਂ ਡੀਕੇ ਸ਼ੁਰੂ ਹੋਇਆ, ਬਟ 75 ਸਾਲ 'ਚ ਤੋਂ ਮੈਂ ਕਹਿੰਦਾ ਹੁੰਦਾ ਵੀ 150 ਸਾਲ ਪਹਿਲਾਂ, 170 ਸਾਲ ਪਹਿਲਾਂ ਜਿਸ ਪੰਜਾਬ ਨੇ ਛੋਟੀਆਂ ਇੱਟਾਂ ਦੇ ਹਰਮੰਦਰ ਤੇ ਸੋਨਾ ਚੜਾਇਆ ਸੀ, ਅੱਜ ਉਹੀ ਪੰਜਾਬ ਗੁਰਬਤ 'ਚ ਹੈ, ਉਹੀ ਪੰਜਾਬ ਡੈਟ ਵਿੱਚ ਹੈ, ਉਹੀ ਪੰਜਾਬ ਆਪਣੇ ਪੰਜਾਬੀਆਂ ਨੂੰ ਨਾ ਛੱਤ ਦੇ ਸਕਦਾ ਹੈ, ਨਾ ਰੋਟੀ ਦੇ ਸਕਦਾ ਹੈ, ਨਾ कर्ज के बोझ ਡੁੱਬ तले ਗਿਆ। दबा हुआ है। ਸੋ ਉਦੋਂ ਵੈਲਥ ਦੇਖ ਲਓ ਕਿੰਨੀ ਸੀ, ਸਰਪਲਸ ਦੇਖ ਲਓ ਕਿੰਨਾ ਸੀ। ਸੋ ਇਹ ਬਹੁਤ ਕਲੀਅਰਲੀ ਡਿਫਾਈਨ ਕਰਦਾ ਹੈਗਾ ਜਿਹੜਾ ਮਿਸਰੂਲ ਹੈ।
ਸੋ ਜਿੰਨੀ ਗਰੀਬੀ ਔਰ ਗੁਰਬਤ ਕਿੱਥੇ ਸਟੇਟ ਸੀਗੀ, ਕਿੱਥੇ ਧਰਤੀ ਸੀਗੀ, ਇਹ ਧਰਤੀ ਕਿਸੇ ਵੀ ਯੂਰਪੀਅਨ ਮੁਲਕ ਨਾਲ ਯੂਨੀਵਰਸਲ ਸੀ। ਤੇ ਅੱਜ ਇੱਥੇ ਰੋਟੀ ਖਾਂਦੇ ਨੇ, ਇੱਥੋਂ ਹਿਜਰਤ ਹੋ ਰਹੀ ਹੈ। ਲੋਕਾਂ ਨੂੰ ਇੱਥੇ ਜ਼ਿੰਦਗੀ ਬਸਰ ਕਰਨ ਲਈ, ਗੁਜ਼ਾਰਾ ਕਰਨ ਲਈ, ਗੁਜ਼ਰਾਨ ਕਰਨ ਲਈ ਦੌਲਤ ਨਹੀਂ ਹੈ। मतलब ब्रेन ड्रेन, जो ब्रेन ड्रेन की ਦਾ बात हो रही ਰੀਜ਼ਨ है, ਇਹ ਹੈ ਵੀ ਇੱਥੇ ਦੌਲਤ ਗੁਜ਼ਰਾਨ ਹੁੰਦੀ ਹੈ, ਗੁਜ਼ਰਾਨ ਲਈ ਦੌਲਤ ਚਾਹੀਦੀ। या टैलेंट की कदर नहीं है, हम इसको ये भी कह सकते हैं। अपॉर्चुनिटी है नहीं जी, मिसरूल इन्ना हो गया है। देखो अपॉर्चुनिटी है नहीं, जे बंदे इत्थे रहणगे। मैं ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ। ਇੱਥੇ ਤੁਸੀਂ ਸਾਰੀ ਉਮਰ ਇੱਕ ਬੰਦਾ ਚਾਹੇ ਸਰਕਾਰੀ ਨੌਕਰੀ ਚਲਾ ਜਾਏ, ਉਹਦਾ ਰਿਟਾਇਰਮੈਂਟ ਤੋਂ ਪਹਿਲਾਂ ਇੱਕ ਗੋਲ ਹੁੰਦਾ ਹੈ। ਉਹ ਗੋਲ ਹੁੰਦਾ ਵੀ ਮੈਂ ਰਿਟਾਇਰਮੈਂਟ ਤੋਂ ਪਹਿਲਾਂ ਆਪਦਾ ਘਰ ਬਣਾਵਾਂ। ਜਿਨ੍ਹਾਂ ਮੁਲਕਾਂ ਨੂੰ ਹਿਜਰਤ ਹੋ ਰਹੀ ਹੈ, ਉਹਨਾਂ ਮੁਲਕਾਂ 'ਚ ਉਹ ਵਿਦਿਨ 2 years or 3 years of their working ਅਗਲਾ ਘਰ ਬਣਾ ਲੈਂਦਾ ਹੈ। Yes. ਸੋ ਜਿਹੜੀ ਇੱਥੇ ਲਾਈਫ ਟਾਈਮ ਅਚੀਵਮੈਂਟ ਹੋਣੀ ਹੈ, ਉਹ ਉੱਥੇ ਪਹਿਲੇ 3 ਸਾਲ 'ਚ ਹੋ ਜਾਂਦੀ, 4 ਸਾਲ 'ਚ ਹੋ ਜਾਂਦੀ। ਸੋ ਇੱਥੇ ਖੜੇ ਆ, ਇਹ ਡਿਫਰੈਂਸ ਹੈ ਜਿਹੜਾ ਮੈਂ ਕਹਿੰਦਾ ਗੁਰਬਤ। ਔਰ ਜਿਹੜਾ ਇੱਥੇ ਘਰ ਪੁਰਾਣੇ ਹੈ ਵੀ ਨੇ, ਉਹਦੇ 'ਚ ਮਤਲਬ 5-5 10-10 ਪਰਿਵਾਰਕ ਮੈਂਬਰ ਇੱਕ ਕਮਰੇ 'ਚ ਰਹਿ ਰਹੇ ਨੇ, ਤੇ ਇਹ ਮਿਸਰੂਲ ਹੀ ਹੈ ਨਾ ਜੀ। या वेरी ਇਹ ਸਾਡੇ ਜਿਹੜੇ ਜਿਨ੍ਹਾਂ ਨੇ ਰਾਜ ਕੀਤਾ ਹੈ, ਐਂਡ ਕਾਹਦੀ ਆਜ਼ਾਦੀ ਹੈ, 70 ਸਾਲ ਤੋਂ ਜਿਹੜੀਆਂ ਧਿਰਾਂ ਰਾਜ ਕਰ ਰਹੀਆਂ ਨੇ, ਉਹ ਸਵਾਏ ਗਰੀਬੀ ਔਰ ਗੁਰਬਤ, ਬੇਇਨਸਾਫੀ ਤੋਂ ਤੱਕਣ ਨੂੰ ਕੁਛ ਨਹੀਂ। पंजाब में कांग्रेस और अकाली राज के बाद अब आम आदमी पार्टी क्या कुछ लग रहा है, कुछ चेंज कर पाएगी पंजाब के सिनेरियो को? देखो जी, ਜਿਹੜੀ ਆਮ ਆਦਮੀ ਪਾਰਟੀ ਹੈ, ਤਾਂ ਬੜੇ ਅਫਸੋਸ ਦੀ ਗੱਲ ਹੈ ਕਿ ਭਗਵੰਤ ਸਿੰਘ ਮਾਨ ਦਾ ਸੈਕੰਡ ਫਿਡਲ ਹੈ ਕਿ ਅੰਗਰੇਜ਼ੀ ਦਾ ਅੱਖਰ ਹੈ, that is playing second fiddle to ਅਰਵਿੰਦ ਕੇਜਰੀਵਾਲ। ਅਰਵਿੰਦ ਕੇਜਰੀਵਾਲ ਦੀਆਂ ਨੈਸ਼ਨਲ ਐਂਬੀਸ਼ਨਸ ਹੈ, ਮੈਂ ਬੜੀ ਰੀਅਲਿਸਟਿਕ ਗਰਾਊਂਡ 'ਤੇ ਗੱਲ ਕਰ ਰਿਹਾ। ਉਹ ਜਿਹੜੀਆਂ ਨੈਸ਼ਨਲ ਐਂਬੀਸ਼ਨਸ ਨੇ, ਉਹ ਪਿਛਲੇ ਜੋ 75 ਸਾਲ ਦਾ ਰਿਕਾਰਡ ਹੈ, ਉਹ ਪੰਜਾਬ ਪੱਖੀ ਨਹੀਂ ਹੋ ਸਕਦੀਆਂ। ਉਹਦਾ ਰੀਜ਼ਨ ਹੈ ਕਿ ਅਸੀਂ 13 ਲੋਕ ਸਭਾ 'ਚ ਮੈਂਬਰ ਜਾਂਦੇ ਹਾਂ। ਉਹਨਾਂ ਦੇ ਚੀਜ਼ਾਂ ਐਡਰੈਸ ਕਰਨਗੇ ਜਿਨ੍ਹਾਂ ਦੇ 80, 40, 60 ਲੋਕ ਸਭਾ ਮੈਂਬਰ, ਜਿਨ੍ਹਾਂ ਨੇ ਉਹਨਾਂ ਨੂੰ ਪ੍ਰਾਈਮ ਮਿਨਿਸਟਰ 13 ਜਣੇ ਹੀ ਇੱਕ ਆਵਾਜ਼ ਕਰਨ। ਮੈਂ ਕਹਿੰਦਾ ਗ੍ਰੇਟਰ ਪੰਜਾਬ ਹੀ ਲੈ ਲਓ, ਪੰਜਾਬ, ਹਰਿਆਣਾ, ਹਿਮਾਚਲ ਕਰ ਲਓ, ਇਹਨਾਂ ਦੇ ਰਲ ਕੇ 25-26 ਪਾਰਲੀਮੈਂਟ ਮੈਂਬਰ ਬਣਦੇ ਨੇ। ਈਵਨ ਇਹ ਤਾਂ ਵੈਸੇ ਹੀ ਇਕੱਠੇ ਹੈ ਨਹੀਂ, ਜੇ ਇਕੱਠੇ ਵੀ ਹੋ ਜਾਣ ਤਾਂ ਵੀ ਯੂ ਸਟੈਂਡ ਨੋਵੇਅਰ, ਨੋਬਡੀ ਕੇਅਰਸ ਫॉर ਯੂ, ਬਿਕੋਜ਼ ਇਹ ਜਿਹੜੀ ਸੋ ਉਹਨਾਂ ਦੀਆਂ ਨੈਸ਼ਨਲ ਐਂਬੀਸ਼ਨਸ ਨੇ, ਨੰਬਰ 1। ਨੰਬਰ 2, ਜੋ ਦਿਖ ਰਿਹਾ ਹੈਗਾ ਉਹਦੇ ਵਿੱਚ ਹੀ ਇਹਨਾਂ ਨੇ 7 ਰਾਜ ਸਭਾ ਨੂੰ ਜਿਹੜੇ ਬੰਦੇ ਨਾਨ ਪੰਜਾਬੀਜ਼ ਭੇਜਦੇ। पंजाब चलो दो तीन तो पंजाबी हैं ही हैं। देखो जी, बाबा सिंचेवाल को करके इन्होंने डैमेज कंट्रोल देखो ਜਿਹੜਾ ਭੱਜੀ ਭੇਜਿਆ जी, ਕਿੱਡਾ ਵੱਡਾ ਕਿਸਾਨੀ ਸੰਘਰਸ਼ ਹੋਇਆ। यस, उसने कुछ नहीं बोला जी, ਉਹ ਕਦੀ ਬੋਲੇ ਹੀ ਨਹੀਂ ਆਵਾਜ਼। वेरी राइट। ਇੱਕ ਬੰਦਾ ਵੀ ਬੋਲੋ। ਦੇਖੋ ਦਿਸ ਸਟੇਟ, ਇਹ ਜਿਹੜੀ ਧਰਤੀ ਹੈ, ਇਹਦੀ ਜਿਹੜੀ ਇਕਨੋਮੀ ਹੈ, ਉਹ ਐਗਰੀਰੀਅਨ ਹੈ, ਐਗਰੀਕਲਚਰ ਬੇਸਡ। ਬਿਲਕੁਲ। ਐਂਡ ਸਭ ਤੋਂ ਵੱਡੀ ਸਾਡੀ ਜਿਹੜੀ ਇਸ ਵੇਲੇ ਪ੍ਰੋਬਲਮ ਹੈਗੀ ਹੈ, ਉਹ ਪ੍ਰੋਬਲਮ ਹੈਗੀ ਹੈ ਡੈਟ। ਯਾ ਐਂਡ ਸਾਡਾ ਜਿਹੜਾ ਕਿਸਾਨ ਹੈ, ਉਹ ਕਰਜ਼ੇ 'ਚ ਲੱਭਿਆ ਹੋਇਆ, ਉਹਦੇ 'ਚ ਬਰਕਤ ਨਹੀਂ ਹੈ। ਯਾ ਨੈਚੁਰਲੀ ਸੋ ਕਰਜ਼ੇ ਪਰ ਇਹ ਜਿਹੜਾ ਦੇਖੋ, ਜਿਹੜਾ 60s ਦੇ ਵਿੱਚ ਮਾਡਲ ਐਗਰੀਕਲਚਰ ਦਾ ਇੰਡੀਅਨ ਸਟੇਟ ਨੇ ਪੰਜਾਬ ਨੂੰ ਦਿੱਤਾ, ਜਿਹਦੇ ਵਿੱਚ ਪੰਜਾਬ ਨੇ ਸਾਰੀ ਹਿੰਦੁਸਤਾਨ ਦਾ ਢਿੱਡ ਭਰਿਆ, ਉਸ ਮਾਡਲ 'ਚ ਬੇਸਿਕ ਡਿਫੈਕਟ ਹੈ। ਉਹ ਜਿਹੜਾ ਡਿਫੈਕਟ ਹੈ ਉਹ ਇਹ ਹੈ, ਦੇਖੋ ਵੀ ਤੁਸੀਂ ਕੋਈ ਵੀ ਬਿਜ਼ਨਸ ਕਰਦੇ ਹੋ, ਤੁਸੀਂ ਹੋਲਸੇਲ 'ਚ ਖਰੀਦਦੇ ਹੋ ਤੇ ਰਿਟੇਲ 'ਚ ਵੇਚਦੇ ਹੋ ਜਾਂ ਹੋਲਸੇਲ 'ਚ ਵੇਚਦੇ ਹੋ। ਜਿਹੜਾ ਇਹ ਐਗਰੀਕਲਚਰਲ ਮਾਡਲ ਹੈ, ਜਿਹੜਾ ਜ਼ਿਮੀਂਦਾਰ ਹੈ, ਕਿਸਾਨ ਹੈ,
ਉਹ ਰਿਟੇਲ 'ਚ ਖਰੀਦਦਾ ਹੈ, यस ਚਾਹੇ ਪਰਚੂਨ ਹੋਵੇ, बिल्कुल ठीक ਚਾਹੇ ਫਰਟੀਲਾਈਜ਼ਰ ਹੋਵੇ, ਚਾਹੇ ਸੀਡ ਹੋਵੇ, ਚਾਹੇ Everything, ਬਿਜਲੀ, everything. everything he buys in retail Yeah. and sells in wholesale. या ਸੋ ਇਹ ਜਿਹੜਾ ਬਿਜ਼ਨਸ ਮਾਡਲ ਹੈ, ਬਿਜ਼ਨਸ ਮਾਡਲ ਹੀ ਉਲਟਾ ਹੈ। ਹਿੰਦੁਸਤਾਨ ਦਾ ਢਿੱਡ ਤਾਂ ਭਰ ਗਿਆ, ਬਟ ਜਿਹੜਾ ਕਿਸਾਨ ਹੈ ਜਿਸਨੇ ਪੰਜਾਬ ਦਾ, ਭਰਿਆ, ਜਿਸਨੇ- ਜਿਸਨੇ ਭਰਿਆ ਹੈ, हाँ वो खाली है ਉਹ ਖਾਲੀ ਹੋ ਗਿਆ। ਸੋ ਸਾਨੂੰ ਚਾਹੀਦੇ ਸੀ ਐਗਰੀਕਲਚਰ ਇਕਨੋਮਿਸਟ ਉੱਥੇ, या ਸਾਨੂੰ ਉੱਥੇ ਚਾਹੀਦੇ ਸੀਗੇ ਪੜ੍ਹੇ ਲਿਖੇ ਲੋਕ ਜੋ ਰਾਜ ਸਭਾ ਇਜ਼ ਕਾਪੀ ਆਫ ਦ ਯੂਐਸ ਸੈਨੇਟ ਔਰ ਦ ਹਾਊਸ ਆਫ ਲਾਜ਼, या वेरी राइट ਉੱਥੇ ਐਕਸਪਰਟਸ ਜਾਂਦੇ ਆ। बिल्कुल ਤੇ ਇਹ ਤਾਂ ਇਹਨਾਂ ਨੇ ਮੈਨੂੰ ਇੱਕ ਵੀ ਡਿਸੀਜਨ ਅੱਜ ਤੱਕ ਸਵਾਏ ਜਿਵੇਂ ਚੰਨੀ ਸਾਹਿਬ ਅਨਾਉਂਸਮੈਂਟਾਂ ਕਰ ਗਏ ਉਵੇਂ ਹੀ ਇਹ ਕਰੀ ਜਾਂਦੇ ਨੇ। ये तो अनाउंसमेंट भी कम करते हैं, मुझे लगता है ना? है वो अपोजिशन पार्टी की तरह लड़ाई ज्यादा हाँ। करते हैं ਸੋ ਆਹ ਦੇਖ ਲਓ ਵੀ ਇਹ, ਸੋ ਇਹਨਾਂ ਤੋਂ ਕੀ ਉਮੀਦ ਹੈ? ਇਹਨਾਂ ਤੋਂ ਕੋਈ ਉਮੀਦ ਨਹੀਂ ਹੈ। ਐਂਡ ਬਿਕੋਜ਼ ਜਦੋਂ ਤੱਕ ਪੰਜਾਬ ਪੱਖੀ ਸੋਚ ਵਾਲੀ ਧਿਰ ਪਾਵਰ 'ਚ ਨਹੀਂ ਆਉਂਦੀ, ਰੇਂਜ ਨਹੀਂ ਆਉਂਦੇ ਪੰਜਾਬ ਕੋਲੇ, ਉਹ ਪੰਜਾਬ ਦੀ ਗੱਲ ਨਹੀਂ ਕਰਦੀ। अच्छा, सिमरनजीत सिंह मान जी अब लोकसभा में पंजाब के किन मुद्दों को प्रेफरेंस बेस पे उठाएंगे? ਸਾਰੇ ਜੀ ਮੁੱਦੇ ਸਾਰੇ ਹੀ ਨੇ। ਦੇਖੋ ਗੱਲ ਸੁਣੋ ਵੀ ਸਾਡਾ ਡੈਟ ਸਾਈਕਲ ਹੈ, ਸਾਡਾ ਬਾਰਡਰ ਖੁੱਲ ਜੇ ਟ੍ਰੇਡ ਲਈ, या ਅੰਮ੍ਰਿਤਸਰ ਟੂ ਲਾਹੌਰ, यस ਫਿਰੋਜ਼ਪੁਰ ਟੂ ਕਸੂਰ। ਜਦੋਂ ਟ੍ਰੇਡ ਬੰਬੇ ਔਰ ਕਰਾਚੀ 'ਚ ਹੋ ਸਕਦਾ ਹੈ, ਜਦੋਂ ਟ੍ਰੇਡ ਕਾਂਡਲਾ ਔਰ ਕਰਾਚੀ 'ਚ ਹੋ ਸਕਦਾ ਹੈ, यस ਮੈਨੂੰ ਸਮਝ ਨਹੀਂ ਆਉਂਦੀ ਟ੍ਰੇਡ ਲਾਹੌਰ ਔਰ ਅੰਮ੍ਰਿਤਸਰ 'ਚ ਕਿਉਂ ਨਹੀਂ ਹੋ ਸਕਦਾ। या वेरी राइट ਜਦੋਂ ਟ੍ਰੇਡ ਸ਼ਾਂਘਾਈ ਤੇ ਕਲਕੱਤਾ, ਸ਼ਾਂਘਾਈ ਤੋਂ ਬੀजिंग ਤੋਂ ਬੰਬੇ ਤੱਕ ਹੋ ਸਕਦਾ ਹੈ, यस ਉਹ ਮੁਲਕ ਕੋਲੋਂ- ਜਿਹੜਾ 900 ਮੀਲ ਇਹਨਾਂ ਦੇ ਅੰਦਰ ਆ ਵੜਿਆ ਹੈ, हाँ हाँ ਉਹ उसके ਇਹ साथ ਕਹਿੰਦੇ ਨਾ ਐਨੇਮੀ ਕੰਟਰੀ, 900 ਮੀਲ ਅੰਦਰ ਆ ਵੜਿਆ ਇਹਨਾਂ ਦੇ, हाँ ਉਹਦੇ ਨਾਲ ਟ੍ਰੇਡ 30 ਸਾਲ ਤੋਂ ਗਰੋ ਕਰ ਰਿਹਾ ਹੈ। या वेरी राइट बिल्कुल ठीक ਵਾਈ ਨਾਟ ਲਾਹੌਰ ਐਂਡ ਅੰਮ੍ਰਿਤਸਰ? ਮੇਰਾ ਸਵਾਲ ਹੀ ਇੱਕ ਹੈ, हाँ ਇਹਨਾਂ ਨੇ ਸਵਾਏ ਪੰਜਾਬ ਤੋਂ ਸਵਾਏ, ਦੇਖੋ ਇੱਕ ਜਿਹੜੀ ਕਣਕ ਦੀ ਐਮਐਸਪੀ ਲੈਣ ਲਈ ਸਾਡੇ ਬਜ਼ੁਰਗ, ਸਾਡੇ ਬੱਚੇ, ਸਾਡੇ ਭੈਣ ਭਰਾ ਧੱਕੇ ਖਾ ਰਹੇ ਨੇ ਦਿੱਲੀ 1900 ਰੁਪਏ ਲਈ, ਉਹ 4000 ਦੀ ਲਾਹੌਰ ਵਿਕਦੀ ਹੈ, ਉਹ 6000 ਦੀ ਕਾਬਲ ਵਿਕਦੀ ਹੈ। यस ਐਂਡ ਅੰਮ੍ਰਿਤਸਰ ਕਾਬਲ 700 ਮੀਲ ਹੈ, या ਬੰਬਈ ਦੂਰ ਹੈ ਸਾਨੂੰ, ਬਿਲਕੁਲ। ਕਾਬਲ ਨੇੜੇ ਹੈ। काबुल नेड़े है, बिल्कुल ठीक ਅਸੀਂ ਕਿਉਂ ਨਾ ਜਾਈਏ? ਸਾਡੇ ਦੇਖੋ ਇੱਥੇ ਦੋ ਖਿੱਤੇ ਨੇ, ਐਗਰੀਕਲਚਰ ਐਂਡ ਟਰਾਂਸਪੋਰਟ। ਸਾਡੇ ਤਾਂ ਦੋਹਾਂ ਤੋਂ ਮਿਲਦਾ ਹੈ। ਜਿਹੜਾ ਸਾਡਾ ਪੰਜਾਬ ਦਾ ਟਰੇਡਰ ਹੈ ਉਹ ਲਾਸ 'ਚ ਹੈ। ਗੁਜਰਾਤ ਦਾ ਟਰੇਡਰ ਕਮਾ ਰਿਹਾ ਹੈ ਕਰਾਚੀ ਵਾਲੇ ਪੋਰਟ ਤੋਂ, Yes. ਸਿੰਧੀ ਕਮਾ ਰਿਹਾ ਹੈ, Yes. ਪੰਜਾਬੀ ਇੱਧਰ ਵੀ ਲਾਸ ਹੈ, ਪੰਜਾਬੀ ਉੱਧਰ ਵੀ ਲਾਸ ਹੈ, ਬਿਕੋਜ਼ ਬਾਰਡਰ ਬੰਦ ਹੈ। या ਦੇਖੋ ਟਰਾਂਸਪੋਰਟਰ, ਐਗਰੀਕਲਚਰ, ट्रेडर, हर बंदे तो गुर्बत निकलती है। यस ये पॉइंट रेज होने बनते हैं। ये देखो श्रोमणी गुरुद्वारा प्रबंधक कमेटी दी इलेक्शन 11 साल तो नहीं हुई। श्रोमणी गुरुद्वारा प्रबंधक कमेटी 1925 ਚ ਹੋਣ ਦੀ ਚਾਹੁੰਦੀ ਹੈ। 1950 ਤੋਂ ਲੈ ਕੇ 2022 ਤੱਕ ਇੰਡੀਅਨ ਪਾਰਲੀਮੈਂਟ 17 ਵਾਰ ਇਲੈਕਟ ਹੁੰਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 8 ਵਾਰ ਇਲੈਕਟ ਹੁੰਦੀ, ਟਰਮ ਦੋਵਾਂ ਦੀ 5 ਸਾਲ। ਕੋਈ ਜਵਾਬ ਦੇ ਸਕਦਾ ਇਹ ਸਾਡੀ ਜਮਹੂਰੀਅਤ, ਸਾਡੀ ਡੈਮੋਕ੍ਰੇਸੀ ਦਾ ਘਾਣ ਗਵਰਨਮੈਂਟ ਆਫ ਇੰਡੀਆ, ਚਾਹੇ ਉਹ ਬੀਜੇਪੀ ਦੀ ਸਰਕਾਰ ਹੋਵੇ, ਚਾਹੇ ਕਾਂਗਰਸ ਦੀ ਸਰਕਾਰ ਹੋਵੇ, ਚਾਹੇ ਥਰਡ ਫਰੰਟ ਦੀ, ਸਾਡੀ ਜਮਹੂਰੀਅਤ ਦਾ ਘਾਣ ਤੇ ਕਰ ਰਹੇ ਨੇ, ਕੰਸਿਸਟੈਂਟਲੀ ਕਰ ਰਹੇ। ਸੋ ਇਹ ਚਾਹੇ ਪੰਜਾਬ ਦੇ ਪੋਲੀਟੀਕਲ ਇਸ਼ੂਜ਼ ਨੇ, ਬਿਕੋਜ਼ ਜਦੋਂ ਤੱਕ ਇੱਥੇ ਟ੍ਰੇਡ ਨਹੀਂ ਡਿਵੈਲਪ ਹੁੰਦਾ ਇੱਥੇ ਕੁਝ ਨਹੀਂ ਹੋ ਸਕਦਾ। ਐਂਡ ਅਸੀਂ ਸਾਡਾ ਟ੍ਰੇਡ ਜੇ ਡਿਵੈਲਪ ਹੋ ਸਕਦਾ ਹੈ ਤੇ ਉਹ ਸੈਂਟਰਲ ਏਸ਼ੀਆ ਨਾਲ ਹੋ ਸਕਦਾ। ਸੈਂਟਰਲ ਏਸ਼ੀਆ ਨਾਲ ਟ੍ਰੇਡ ਸਾਡਾ ਤਾਂ ਹੀ ਡਿਵੈਲਪ ਹੋਊਗਾ ਜੇ ਵਾਗਾ ਖੁੱਲੂਗਾ, ਹੁਸੈਨੀ वाला। यस, शुरुआत खालिस्तान के बारे में अकाली दल अमृतसर का क्या कंसेप्ट है? देखो जी, ये सारी ना बड़ी टोटैलिटी च समझना।
15 ਅਗਸਤ 1947 ਸਾਡੇ ਬਜ਼ੁਰਗਾਂ ਨੇ ਸੈਕੂਲਰ ਇੰਡੀਆ ਜੁਆਇਨ ਕੀਤਾ ਔਰ ਇੰਡੀਆ ਰੈਸਟ ਆਫ ਇੰਡੀਆ ਨੂੰ ਗੱਲ ਸਮਝਣੀ ਪਏਗੀ। ਜਿਹੜਾ ਸਿੱਖ ਰਾਜ ਦਾ ਲਾਹੌਰ ਦਰਬਾਰ ਦੀ ਮੇਜਰ ਟੈਰੀਟਰੀ ਪਾਕਿਸਤਾਨ 'ਚ ਹੈ। ਅਸੀਂ ਉੱਥੇ ਸਾਰੇ ਨੂੰ ਪੰਜਾਬੀ ਦਾ ਇੱਕ ਅੱਖਰ ਹੈ ਸਾਹਿਬੇ ਜਾਇਦਾਦ, या ਮੋਸਟਲੀ 100 ਔਰ ਹਜ਼ਾਰਾਂ ਏਕੜਾਂ ਦੇ ਮਾਲਕ ਸੀ। ਜਦੋਂ ਸਾਡੇ ਬਜ਼ੁਰਗਾਂ ਨੇ ਡਿਸਾਈਡ ਕੀਤਾ ਵੀ ਅਸੀਂ ਸੈਕੂਲਰ ਇੰਡੀਆ ਦਾ ਪਾਰਟ ਬਣਨਾ ਹੈ, ਉਹ ਇਸ ਕਰਕੇ ਡਿਸਾਈਡ ਕੀਤਾ ਔਰ ਉਹਦੇ ਵਿੱਚ ਉਹਨਾਂ ਨੇ ਜਿਹੜਾ ਆਪਣੀਆਂ ਜ਼ਮੀਨਾਂ, ਜਾਇਦਾਦਾਂ, ਘਰ-ਬਾਰ ਸਭ ਦਾ ਬਲੀਦਾਨ ਦਿੱਤਾ, ਸਭ ਦੀ ਕੁਰਬਾਨੀ ਦੇ ਦਿੱਤੀ ਵੀ ਅਸੀਂ ਇਹ ਸਭ ਕੁਝ ਛੱਡਿਆ ਸਿਰਫ ਇੱਕ ਕੰਮ ਵਾਸਤੇ ਵੀ ਸਾਡੀ ਸਿੱਖੀ ਬਚਣੀ ਚਾਹੀਦੀ, ਅਸੀਂ ਸਿੱਖ ਰਹਿਣੇ ਚਾਹੀਦੇ ਹਾਂ। ਜੇ ਉਹ ਬਜ਼ੁਰਗ ਸਾਡੇ ਸੋਚ ਲੈਂਦੇ ਵੀ ਅਸੀਂ ਮੁਸਲਮਾਨ ਬਣ ਜਾਣਾ ਤੇ ਅੱਜ ਵੀ ਜ਼ਮੀਨਾਂ ਜਾਇਦਾਦਾਂ ਸਾਡੇ ਕੋਲ ਹੁੰਦੀਆਂ, ਸਿਰਫ ਅਸੀਂ ਮੁਸਲਮਾਨ ਸਿੱਖ ਰਹਿਣ ਲਈ, ਸਿੱਖੀ ਬਚਾਉਣ ਲਈ ਅਸੀਂ ਆਪਦਾ ਜੋ ਕਾਰ-ਬਾਰ, ਜ਼ਮੀਨ, ਜਾਇਦਾਦ, ਭਾਂਡਾ ਟਿੰਡ ਸਭ ਛੱਡ ਦਿੱਤਾ। ਅਸੀਂ ਸੈਕੂਲਰ ਇੰਡੀਆ ਦਾ ਪਾਰਟ ਬਣੇ। ਬੜੇ ਅਫਸੋਸ ਦੀ ਗੱਲ ਹੈ, ਉਹ ਸੈਕੂਲਰ ਇੰਡੀਆ ਨੇ ਤੋਪਾਂ ਟੈਂਕਾਂ ਨਾਲ ਸਾਡਾ ਘਰ ਤਖਤ ਹੋ ਗਿਆ। ਹਰਮੰਦਰ ਸਾਹਿਬ ਤੇ ਗੋਲੀਆਂ ਚਲਾਈਆਂ ਔਰ ਕੰਸਿਸਟੈਂਟਲੀ ਪਹਿਲੇ 20 ਸਾਲ 'ਚ ਘੱਟ ਸਿੱਖਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਜਿਹੜਾ ਵੀ ਆਪਣਾ। ਐਂਡ ਔਨ ਦ ਅਦਰ ਹੈਂਡ ਉਹ ਸੈਕੂਲਰ ਇੰਡੀਆ ਹੁਣ ਹਿੰਦੂ ਰਾਸ਼ਟਰ ਬਣ ਰਿਹਾ। ਦੇਖੋ 3 ਧਿਰਾਂ ਰਾਜ ਕਰਦੀਆਂ ਸੀ ਅੰਗਰੇਜ਼ ਤੋਂ ਪਹਿਲਾਂ, ਮੁਸਲਮਾਨ, ਸਿੱਖ ਤੇ। ਐਂਡ ਜਿਹੜਾ ਸਿੱਖ ਰਾਜ ਸੀਗਾ ਉਹਦੇ ਵਿੱਚ ਸਿਰਫ 6% ਸਿੱਖ ਸੀ, 94% ਨਾਨ ਸਿੱਖ ਸੀ। आप किसकी बात कर रहे हैं? ਲਾਹੌਰ ਦਰਬਾਰ ਦੀ ਮਹਾਰਾਜਾ ਰਣਜੀਤ ਸਿੰਘ। ओके 30% ਖਾਲਸਾ ਫੌਜ ਸਿੱਖ ਸੀ, 70% ਨਾਨ ਸਿੱਖ ਸੀ। ਸੋ ਜਿਹੜਾ ਉਹ ਰਾਜ ਹੈ, ਜਿਹੜਾ ਹਲੀਮੀ ਰਾਜ ਹੈ, ਜਿਹੜਾ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈ ਕੇ ਚੱਲਦਾ ਹੈ, ਉਸ ਰਾਜ ਦੇ ਵਿੱਚ ਨਾ ਤਾਂ ਕੋਈ ਰॉयट्स ਹੁੰਦੇ ਨੇ, ਧਰਮ ਨੇ ਨਾ ਕਿਸੇ ਦੇ ਧਰਮ ਦੇ ਨਾਲ ਉਹ ਹੁੰਦਾ ਹੈ। ਤੇ ਬਟ ਜਦੋਂ ਹੁਣ ਦ ਰੈਸਟ ਆਫ ਇੰਡੀਆ ਹਿੰਦੂ ਰਾਸ਼ਟਰ ਬਣਾਉਣ ਨੂੰ ਉਤਰਿਆ ਹੋਇਆ ਹੈ ਤੇ ਅਸੀਂ ਆਪਦੀ ਧਰਤੀ ਨੂੰ ਤੇ ਖਾਲਿਸਤਾਨ ਬਣਾਉਣ ਨੂੰ ਉਤਰਾਂਗੇ। ਸੋ ਇਹਨੂੰ ਟੋਟੈਲਿਟੀ 'ਚ ਸਮਝਣਾ ਚਾਹੀਦਾ ਹੈ ਵੀ ਇਹ ਹੋਇਆ ਕੀ ਹੈ ਸਾਡੇ ਨਾਲ। ਮਤਲਬ ਇਹ ਅਸੀਂ ਇਸ ਪੁਆਇੰਟ ਤੇ ਫਰਮ ਅ ਪੁਆਇੰਟ ਵੇਅਰ ਅਸੀਂ ਸੈਕੂਲਰ ਇੰਡੀਆ ਜੁਆਇਨ ਕੀਤਾ ਸੀ, ਉੱਥੋਂ ਅਸੀਂ ਆਪਦੀ ਸੋਵਰਨ ਸਟੇਟ ਤੱਕ ਕਿਵੇਂ ਪਹੁੰਚੇ ਹਾਂ, ਡਿਮਾਂਡ ਫॉर ਅ ਸੋਵਰਨ ਸਟੇਟ ਐਂਡ ਇੱਕ ਫੀਲਿੰਗ ਚਲੀ। ਤੁਸੀਂ ਸਿੱਧੂ ਮੂਸੇਵਾਲੇ ਦਾ ਲਾਸਟ ਜਿਹੜਾ ਗਾਣਾ ਇਹਨਾਂ ਨੇ ਬੈਨ ਕੀਤਾ ਉਹ ਵੀ ਸੋਵਰੈਨਿਟੀ ਦੀ ਗੱਲ ਕਰਦਾ ਹੈ। ਸੋਵਰੈਨਿਟੀ ਇਹ ਵੀ ਆਰ ਅ ਸੋ ਜਨਰਸ ਕਮਿਊਨਿਟੀ। ਇਹ ਸੋਵਰੈਨਿਟੀ ਦੀ ਜਿਹੜੀ ਇੱਕ ਗੱਲ ਸਮਝ ਲਓ, ਇਹ ਜਿਹੜਾ ਸੋਵਰੈਨਿਟੀ ਦਾ ਬੀਜ ਹੈ ਨਾ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਾਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਹੀਂ ਗੁਰੂ ਗੋਬਿੰਦ ਸਿੰਘ ਦੇਖਿਆ ਜਾਵੇ ਕਨਸਟੀਟਿਊਸ਼ਨ ਦੇ ਵਿੱਚ ਵੀ ਸੋਵਰਨ ਹਾਂ ਮੇਰੀ ਗੱਲ ਦੀ ਗੱਲ ਕੀਤੀ ਹੋਈ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਨਾ, इन गरीब सिखों को दियो बादशाही, ये याद करे हमारी बुराई। ਇਹਨਾਂ ਨੇ ਕਰੈਕਸ਼ਨ ਨਹੀਂ ਕੀਤੀ। ਪਿਛਲੇ ਬਲੂ ਸਟਾਰ ਤੋਂ ਬਾਅਦ ਵੀ ਜਿਹੜੀ ਸਾਡੀ ਨਸਲ ਖੁਸ਼ੀ ਹੋਈ ਹੈ, ਤੁਸੀਂ ਇੱਕ ਗੱਲ ਦੇਖੋ ਨਾ, ਸੁਪਰੀਮ ਕੋਰਟ ਦੇ ਸਾਹਮਣੇ 84 ਚ ਇਹਨਾਂ ਨੇ ਸਾਡੀ ਨਸਲ ਖੁਸ਼ੀ ਕੀਤੀ। ਅਫਜ਼ਲ ਗੁਰੂ ਨੂੰ ਫਾਂਸੀ ਦੇਣੀ ਹੋਵੇ ਤਾਂ ਰਾਤ ਦੇ 2 ਵਜੇ ਸੁਪਰੀਮ ਕੋਰਟ ਲੱਗ ਜਾਂਦੀ ਹੈ। ਸੁਪਰੀਮ ਕੋਰਟ ਇੱਥੇ ਮੈਂ ਕਹਿੰਦਾ ਇੱਕ ਬੰਦਾ ਵੀ ਮਰ ਜਾਏ ਸੂਓ ਮੋਟੋ ਲੈ ਲੈਂਦੀ ਹੈ। ਸੁਪਰੀਮ ਕੋਰਟ ਦੇ ਦਰਵਾਜ਼ੇ ਦੇ ਸਾਹਮਣੇ 3000 ਸਿੱਖ ਮਰਿਆ, ਇਹ ਸੂਓ ਮੋਟੋ ਨਹੀਂ ਲਿਆ ਇਹਨਾਂ ਨੇ। ਇਹ ਹਿਊਮਨ ਲਾਈਵਸ ਨਹੀਂ ਹੈਗੀਆਂ। 1956 ਤੱਕ ਦਿੱਲੀ ਪੰਜਾਬ ਦਾ ਇੱਕ ਜ਼ਿਲ੍ਹਾ ਸੀ। ਯੈਸ ਅੱਜ ਇਹਨਾਂ ਨੇ ਉੱਥੇ ਐਨੀ, ਅੱਜ ਉੱਥੇ ਲੱਗਦਾ ਕਦੀ ਉਹ ਪੰਜਾਬ ਸੀਗਾ? ਇਹ ਤੁਹਾਡਾ ਕੀ ਖਿਆਲ? ਸਿੱਧੂ ਮੂਸੇਵਾਲੇ ਕਿਉਂ ਪੈਦਾ ਹੁੰਦੇ ਨੇ? ਇੱਕ 25 ਸਾਲ ਦਾ ਮੁੰਡੇ ਨੂੰ ਜਦੋਂ ਹਿਸਟਰੀ ਪੜ੍ਹਦੇ ਨੇ ਉਹ ਰਿਅਲਾਈਜ਼ ਕਰਦੇ ਨੇ। ਮਹਾਰਾਜਾ ਰਣਜੀਤ ਸਿੰਘ ਨੂੰ ਜਿਹਨੂੰ BBC ਕਹਿੰਦੀ ਹੈ ਵੀ ਹੀ ਵਾਸ ਦ ਬੈਸਟ ਰੂਲਰ, ਬੈਸਟ ਰੂਲਰ। ਅਸੀਂ ਨਹੀਂ ਕਹਿੰਦੇ, BBC ਕਹਿੰਦੀ ਹੈ।
ਇੰਡੀਆ ਦੀਆਂ ਹਿਸਟਰੀ ਬੁੱਕਸ ਦੇ ਵਿੱਚ ਇੱਕ ਪੈਰਾ ਹੈ ਉਸ ਇਨਸਾਨ ਦਾ। शिवाजी एंड मराठास ते पूरा पूरा चैप्टर महाराजा रणजीत सिंह ते एक पैरा है, चक के देख लो NCERT ਦੀਆਂ ਕਿਤਾਬਾਂ। ਸਿੱਖੀਜ਼ਮ ਦੇ ਨਾਂ ਤੇ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਤੇ ਇੱਕ ਪੈਰਾ ਹੋਏਗਾ, ਭਗਤੀ ਤੇ ਸੂਫੀ ਸੇਂਟਸ ਤੇ ਇੱਕ ਚੈਪਟਰ ਹੋਏਗਾ। ਸਾਨੂੰ ਦਿਸਦਾ ਨਹੀਂ ਕਾਲੀ ਗੱਲ ਨੂੰ, ਸਿੱਖਾਂ ਨੂੰ ਇਹ ਗੱਲਾਂ ਸਮਝ ਨਹੀਂ ਆਉਂਦੀਆਂ ਤਾਂ ਸੋਵਰੈਨਿਟੀ ਡਿਮਾਂਡ ਕਰਦੇ। ਅਮਰੀਕਨ ਡਾਕਟਰਸ ਆ ਕੇ ਲਾਹੌਰ ਨੌਕਰੀ ਕਰਦੇ ਸੀ, ਅੱਜ ਅਸੀਂ ਉੱਥੇ ਜਾ ਇਹ 70 ਸਾਲ ਦਾ ਮਿਸਰੂਲ ਨੇ ਸਾਨੂੰ ਇੱਥੇ ਲੈ ਆਇਆ। यानी अकाली दल अमृतसर वो पुराने वाला खालसा महाराजा रणजीत सिंह वाला खालसा राज एस्टैब्लिश। 10 ਲੱਖ ਪੰਜਾਬੀ ਮਰਿਆ अगस्त 1947 सवा करोड़ होमलेस होया, ਜਿਹੜਾ ਰਿਕਾਰਡਡ ਹੈ ਗਵਰਨਮੈਂਟ ਚ। ਮੈਂ ਮਤਲਬ ਕਦੀ ਕਿਸੇ ਨੇ 15 ਅਗਸਤ ਨੂੰ ਝੰਡਾ ਚੜਾਉਣ ਲੱਗਿਆ, ਕਿਸੇ ਪ੍ਰਾਈਮ ਮਿਨਿਸਟਰ ਨੇ, ਕਿਸੇ ਚੀਫ ਮਿਨਿਸਟਰ ਨੇ ਇੱਧਰ ਲਈ ਜਾਂ ਉੱਧਰ ਲਈ ਯਾਦ ਕੀਤਾ।